ਹੁਣ समाधि ਦੀਆਂ ਵੱਖ-ਵੱਖ ਅਵਸਥਾਵਾਂ ਦਾ ਵਰਣਨ ਕਰਾਂਗੇ। ਪਹਿਲੀ ਹੈ ਸੰਪਰਗਿਆਤ ਸਮਾਧੀ। ਜਦੋਂ ਧਿਆਨ ਕੀਤੇ ਜਾ ਰਹੇ ਆਕਾਰ ਜਾਂ ਰੂਪ ਦਾ ਸਰੂਪ ਚੰਗੀ ਤਰ੍ਹਾਂ ਜਾਣ ਲਿਆ ਜਾਂਦਾ ਹੈ, ਉਸ ਭਾਵਨਾ ਨੂੰ ਸੰਪਰਗਿਆਤ ਆਖਦੇ ਹਨ। ਇਸ ਲਈ ਸੰਪਰਗਿਆਤ ਦਾ ਅਰਥ ਹੈ ਚੰਗੀ ਤਰ੍ਹਾਂ ਜਾਣਿਆ ਹੋਇਆ। ਇਕਾਗਰਤਾ ਆਰੰਭ ਦੀ ਅਵਸਥਾ ਦੌਰਾਨ ਮਨ ਇੱਕ ਹੀ ਵਿਸ਼ੇ ਵੱਲ ਕੇਂਦਰਿਤ ਹੁੰਦਾ ਜਾਂਦਾ ਤੇ ਦੂਜੇ ਵਿਸ਼ੇ ਉਸ ਲਈ ਗੌਣ ਹੁੰਦੇ ਜਾਂਦੇ ਹਨ, ਸੈਕੰਡਰੀ ਹੁੰਦੇ ਜਾਂਦੇ ਹਨ। ਫਿਰ ਵੀ ਦੂਜੇ ਵਿਸ਼ਿਆਂ ਦੀ ਹੋਂਦ ਮਨ ਵਿੱਚ ਬਣੀ ਹੀ ਰਹਿੰਦੀ ਹੈ। ਦੂਜੇ ਵਿਸ਼ੇ ਵੀ ਮਨ ਵਿੱਚ ਮੌਜੂਦ ਹਨ, ਪਰ ਮਨ ਉਹਨਾਂ ਸਭ ਵਿਸ਼ਿਆਂ ਵਿੱਚੋਂ ਸਿਰਫ ਇੱਕ ਹੀ ਵਿਸ਼ੇ ਵੱਲ ਵਿਸ਼ੇਸ਼ ਤਵੱਜੋ ਦਿੰਦਾ ਹੈ। ਇਹ ਇਕਾਗਰਤਾ ਆਰੰਭ ਦੀ ਅਵਸਥਾ ਹੈ। ਜਦੋਂ ਮਨ ਕਿਸੇ ਇੱਕ ਹੀ ਵਿਸ਼ੇ ਦਾ ਚਿੰਤਨ ਕਰਦਾ ਕਰਦਾ ਬਾਕੀ ਸਭ ਵਿਸ਼ਿਆਂ ਨੂੰ ਮੁੱਢ ਤੋਂ ਹੀ ਭੁਲਾ ਦੇ, ਤਾਂ ਉਹ ਇਕਾਗਰਤਾ ਆਰੰਭ ਦੀ ਅਵਸਥਾ ਤੋਂ ਵੀ ਪਰੇ ਨਿਕਲ ਜਾਂਦਾ ਹੈ। ਇੱਥੇ ਮਨ ਤੋਂ ਇਲਾਵਾ ਸਿਰਫ ਉਹ ਵਿਸ਼ਾ ਹੀ ਬਾਕੀ ਰਹਿੰਦਾ ਹੈ ਜਿਸ ਦਾ ਚਿੰਤਨ ਮਨ ਕਰ ਰਿਹਾ ਹੈ। ਇੱਕ ਦਰਸ਼ਕ ਹੈ ਮਨ ਤੇ ਦੂਜਾ ਦ੍ਰਿਸ਼ ਵਿਸ਼ਾ। ਇਹ ਸੰਪਰਗਿਆਤ ਸਮਾਧੀ ਦੀ ਅਵਸਥਾ ਹੈ। ਸੰਪਰਗਿਆਤ ਸਮਾਧੀ ਦਾ ਭਾਵ ਹੈ ਚਿੱਤ ਦੀ ਉਹ ਅਵਸਥਾ ਜਦੋਂ ਉਸ ਦੀਆਂ ਕੁਝ ਵ੍ਰਿਤੀਆਂ ਰੁਕ ਗਈਆਂ ਹਨ, ਪਰ ਅਜੇ ਵੀ ਚਿੱਤ ਵਿੱਚ ਆਪਣੇ ਆਪ ਦਾ ਅਤੇ ਆਪਣੇ ਚਿੰਤਨ ਕੀਤੇ ਜਾ ਰਹੇ ਵਿਸ਼ੇ ਦਾ ਗਿਆਨ ਬਣਿਆ ਰਹਿੰਦਾ ਹੈ। ਇਹ ਸਮਾਧੀ ਦੀ ਉਹ ਅਵਸਥਾ ਹੈ ਜਦੋਂ ਚਿੱਤ ਵਿੱਚ ਦੋ ਦੀ ਹੋਸ਼ ਬਣੀ ਰਹਿੰਦੀ ਹੈ। ਇੱਕ ਉਹ ਹੈ ਜੋ ਜਾਣ ਰਿਹਾ ਹੈ ਤੇ ਦੂਜਾ ਉਹ ਹੈ ਜਿਸ ਬਾਰੇ ਜਾਣਿਆ ਜਾ ਰਿਹਾ ਹੈ। ਦੂਜੇ ਸ਼ਬਦਾਂ ਵਿੱਚ ਇਹ ਉਹ ਅਵਸਥਾ ਹੈ ਜਿੱਥੇ ਇੱਕ ਭਗਤ ਹੈ ਤੇ ਦੂਜਾ ਭਗਵਾਨ। ਕਿਸੇ ਤੀਜੇ ਲਈ ਇੱਥੇ ਕੋਈ ਜਗ੍ਹਾ ਨਹੀਂ। ਸੰਪਰਗਿਆਤ ਸਮਾਧੀ ਤੇ ਸਵੈ ਸੰਮੋਹਨ। ਸੰਮੋਹਨ ਜਦੋਂ ਆਪਣੇ ਆਪ ਉੱਤੇ ਕੀਤਾ ਜਾਏ ਤਾਂ ਉਸ ਨੂੰ ਸਵੈ ਸੰਮੋਹਨ, ਸੈਲਫ ਹਿਪਨੋਟਿਜ਼ਮ ਆਖਿਆ ਜਾਂਦਾ ਹੈ। ਮਨ ਨੂੰ ਕਿਸੇ ਵੀ ਧਾਰਨਾ, ਕਿਸੇ ਲਫ਼ਜ਼, ਆਵਾਜ਼ ਜਾਂ ਵਸਤੂ ਆਦਿ ਉੱਤੇ ਟਿਕਾ ਕੇ ਸਵੈ ਸੰਮੋਹਨ ਦੀ ਸਥਿਤੀ ਵਿੱਚ ਪਹੁੰਚਿਆ ਜਾ ਸਕਦਾ ਹੈ। ਇਹ ਮਨ ਨੂੰ ਇਕਾਗਰ ਕਰਨ ਦਾ ਤਰੀਕਾ ਹੈ। ਸਵੈ ਸੰਮੋਹਨ ਮਾਨਸਿਕ ਸ਼ਕਤੀ ਵਧਾਉਣ ਦਾ ਇੱਕ ਬਹੁਤ ਵਧੀਆ ਉਪਾਅ ਮੰਨਿਆ ਜਾਂਦਾ ਹੈ। ਸਵੈ ਸੰਮੋਹਨ ਦੀ ਅਜਿਹੀ ਸਥਿਤੀ ਆਪਣੀ ਇੱਛਾ ਨਾਲ ਪੈਦਾ ਕੀਤੀ ਜਾਂਦੀ ਹੈ, ਪਰੰਤੂ ਕਦੇ-ਕਦੇ ਆਪਣੀ ਇੱਛਾ ਤੋਂ ਬਿਨਾਂ ਵੀ ਸਵੈ ਸੰਮੋਹਨ ਦੀ ਸਥਿਤੀ ਪੈਦਾ ਹੋ ਜਾਂਦੀ ਹੈ। ਉਦਾਹਰਣ ਵਜੋਂ ਹਾਈਵੇ ਹਿਪਨੋਸਿਸ ਸਵੈ ਸੰਮੋਹਨ ਦੀ ਇੱਕ ਅਜਿਹੀ ਸਥਿਤੀ ਹੈ ਜਦੋਂ ਕੋਈ ਵਿਅਕਤੀ ਆਪਣੀ ਇੱਛਾ ਤੋਂ ਬਿਨਾਂ ਹੀ ਅਜਿਹੀ ਸਥਿਤੀ ਵਿੱਚ ਪੁੱਜ ਜਾਂਦਾ ਹੈ। ਹਾਈਵੇ ਹਿਪਨੋਸਿਸ ਬਾਰੇ ਅਸੀਂ ਪਿੱਛੇ ਜ਼ਿਕਰ ਕਰ ਚੁੱਕੇ ਹਾਂ। ਅਸੀਂ ਦੱਸ ਚੁੱਕੇ ਹਾਂ ਕਈ ਵਾਰ ਕੋਈ ਡਰਾਈਵਰ ਦਾ ਚਿੱਤ ਇੱਕ ਅਜਿਹੀ ਸਥਿਤੀ ਵਿੱਚ ਪਹੁੰਚ ਜਾਂਦਾ ਜਿੱਥੇ ਉਹ ਸੜਕ ਉੱਤੇ ਉਕਰੀ ਹੋਈ ਚਿੱਟੀ ਰੇਖਾ ਨਾਲ ਹੀ ਇੱਕ ਰੂਪ ਹੋ ਜਾਂਦਾ ਹੈ। ਉਸ ਸਮੇਂ ਉਹ ਬਾਕੀ ਸਭ ਕੁਝ ਭੁੱਲ ਜਾਂਦਾ ਹੈ। ਇੱਥੋਂ ਤੱਕ ਕਿ ਉਸ ਨੂੰ ਇਹ ਵੀ ਚੇਤਾ ਨਹੀਂ ਰਹਿੰਦਾ ਕਿ ਉਹ ਕੋਈ ਗੱਡੀ ਚਲਾ ਰਿਹਾ ਜਾਂ ਯਾਤਰਾ ਕਰ ਰਿਹਾ। ਫਿਰ ਵੀ ਉਹ ਗੱਡੀ ਚਲਾਉਂਦਿਆਂ ਆਪਣਾ ਸਫ਼ਰ ਪੂਰਾ ਕਰ ਲੈਂਦਾ ਹੈ। ਅਜਿਹੀ ਸਥਿਤੀ ਵਿੱਚ ਅਕਸਰ ਦੁਰਘਟਨਾ ਵੀ ਵਾਪਰ ਜਾਂਦੀ, ਪਰ ਚਾਲਕ ਨੂੰ ਉਸ ਦੁਰਘਟਨਾ ਦੇ ਕਾਰਨ ਦਾ ਕੁਝ ਪਤਾ ਨਹੀਂ ਚੱਲਦਾ, ਕਿਉਂਕਿ ਦੁਰਘਟਨਾ ਵੇਲੇ ਉਹ ਹਾਈਵੇ ਹਿਪਨੋਸਿਸ ਦੀ ਅਵਸਥਾ ਵਿੱਚ ਪੁੱਜਾ ਹੋਇਆ ਸੀ। ਹਾਈਵੇ ਹਿਪਨੋਸਿਸ ਵਰਗੀ ਕਿਸੇ ਵੀ ਅਵਸਥਾ ਨੂੰ
ਸੰਪਰਗਿਆਤ ਸਮਾਧੀ ਨਹੀਂ ਸਮਝ ਲੈਣਾ ਚਾਹੀਦਾ। ਸੰਪਰਗਿਆਤ ਸਮਾਧੀ ਵਿੱਚ ਚਿੱਤ ਦਾ ਵਿਸ਼ਾ ਸਾਧਕ ਦਾ ਇਸ਼ਟ ਹੁੰਦਾ ਹੈ। ਸੰਪਰਗਿਆਤ ਸਮਾਧੀ ਵਿੱਚ ਸਾਧਕ ਆਪਣੇ ਇਸ਼ਟ ਦਾ ਧਿਆਨ ਕਰ ਰਿਹਾ ਹੈ। ਸੰਪਰਗਿਆਤ ਸਮਾਧੀ ਦੋ ਪ੍ਰਕਾਰ ਦੀ ਹੁੰਦੀ ਹੈ। ਪਹਿਲੀ ਬਾਹਰਮੁਖ ਸੰਪਰਗਿਆਤ ਸਮਾਧੀ ਤੇ ਦੂਜੀ ਅੰਤਰਮੁਖ ਸੰਪਰਗਿਆਤ ਸਮਾਧੀ। ਪਹਿਲੀ ਹੈ ਬਾਹਰਮੁਖ ਸੰਪਰਗਿਆਤ ਸਮਾਧੀ। ਬਾਹਰਮੁਖ ਸੰਪਰਗਿਆਤ ਸਮਾਧੀ ਵਿੱਚ ਚਿੱਤ ਨੂੰ ਜਿਸ ਵਿਸ਼ੇ ਜਾਂ ਵਸਤੂ ਆਦਿ ਉੱਤੇ ਟਿਕਾਇਆ ਜਾਂਦਾ ਹੈ, ਉਹ ਵਸਤੂ ਸਾਧਕ ਦੇ ਸਰੀਰ ਤੋਂ ਬਾਹਰ ਮੌਜੂਦ ਹੁੰਦੀ ਹੈ। ਕਿਸੇ ਰੂਪ ਜਾਂ ਆਕਾਰ ਉੱਤੇ ਧਿਆਨ ਲਗਾ ਕੇ ਕੀਤੀ ਜਾ ਰਹੀ ਸਾਧਨਾ ਰਾਹੀਂ ਸਾਧਕ ਬਾਹਰਮੁਖ ਸੰਪਰਗਿਆਤ ਸਮਾਧੀ ਦੀ ਅਵਸਥਾ ਵਿੱਚ ਪੁੱਜ ਸਕਦਾ ਹੈ। ਕਿਸੇ ਮੰਤਰ ਆਦਿ ਦਾ ਜਾਪ, ਕਿਸੇ ਤੰਤਰ ਜਾਂ ਜੰਤਰ ਆਦਿ ਦੀ ਵਰਤੋਂ ਵੀ ਐਸੀ ਹੀ ਸਾਧਨਾ ਦਾ ਹਿੱਸਾ ਹੁੰਦੀ ਹੈ। ਕਿਸੇ ਲਫ਼ਜ਼ ਦੇ ਸ਼ਬਦ ਜੋੜਾਂ ਉੱਤੇ, ਸਪੈਲਿੰਗਸ ਉੱਤੇ ਧਿਆਨ ਲਗਾਉਣਾ ਵੀ ਬਿਲਕੁਲ ਉਂਝ ਹੀ ਹੈ ਜਿਵੇਂ ਕਿਸੇ ਮੂਰਤੀ ਜਾਂ ਤਸਵੀਰ ਉੱਤੇ ਧਿਆਨ ਟਿਕਾਉਣਾ। ਦੋਹਾਂ ਹਾਲਤਾਂ ਵਿੱਚ ਕਿਸੇ ਆਕਾਰ ਉੱਤੇ ਹੀ ਧਿਆਨ ਲਗਾਇਆ ਜਾ ਰਿਹਾ ਹੁੰਦਾ ਹੈ। ਇਸੇ ਪ੍ਰਕਾਰ ਕਿਸੇ ਆਵਾਜ਼ ਵਿਸ਼ੇਸ਼ ਉੱਤੇ ਧਿਆਨ ਲਗਾ ਕੇ ਸਮਾਧੀ ਦੀ ਸਥਿਤੀ ਵਿੱਚ ਪੁੱਜਣਾ ਵੀ ਇਸੇ ਅਵਸਥਾ ਵਿੱਚ ਹੀ ਹੁੰਦਾ ਹੈ। ਕੋਈ ਵੀ ਅਜਿਹਾ ਸਾਧਕ ਜੋ ਕਿਸੇ ਵਿਅਕਤੀ, ਦਰਖਤ, ਸੂਰਜ, ਚੰਦ, ਤਾਰੇ, ਤਸਵੀਰ ਜਾਂ ਮੂਰਤੀ, ਮੰਤਰ, ਤੰਤਰ ਜਾਂ ਜੰਤਰ ਆਦਿ ਉੱਤੇ ਧਿਆਨ ਲਗਾਉਣ ਦਾ ਅਭਿਆਸ ਕਰਦਾ ਹੈ, ਉਹ ਸਮਾਧੀ ਦੀ ਜਿਹੜੀ ਅਵਸਥਾ ਵਿੱਚ ਪੁੱਜ ਸਕਦਾ ਹੈ, ਉਸ ਨੂੰ ਬਾਹਰਮੁਖ ਸੰਪਰਗਿਆਤ ਸਮਾਧੀ ਆਖਦੇ ਹਨ। ਇਸੇ ਨੂੰ ਯੋਗ ਦੇ ਗ੍ਰੰਥਾਂ ਵਿੱਚ ਵਿਤਰਕਾਨੁਗਤ ਸੰਪਰਗਿਆਤ ਸਮਾਧੀ ਆਖਿਆ ਗਿਆ ਹੈ। ਕਿਸੇ ਵੀ ਸਥੂਲ ਵਿਸ਼ੇ, ਸ਼ਬਦ, ਸਪਰਸ਼, ਰੂਪ, ਰਸ ਤੇ ਗੰਧ ਬਾਰੇ ਧਿਆਨ ਕਰਕੇ ਸਮਾਧੀ ਦੀ ਜਿਸ ਅਵਸਥਾ ਵਿੱਚ ਪਹੁੰਚਿਆ ਜਾਂਦਾ ਹੈ, ਉਹ ਬਾਹਰਮੁਖ ਸੰਪਰਗਿਆਤ ਸਮਾਧੀ ਦੀ ਅਵਸਥਾ ਹੁੰਦੀ ਹੈ। ਕਾਲ ਉਸ ਬਾਣੀ ਦੇ ਵਿੱਚ ਇਹ ਪਾਵਨ ਪੰਕਤੀਆਂ ਆਉਂਦੀਆਂ ਹਨ। ਨਾ ਜੰਤਰ ਮੈਂ, ਨਾ ਤੰਤਰ ਮੈਂ, ਨਾ ਮੰਤਰ ਬਸਾਵਈ, ਪੁਰਾਨ ਓ ਕੁਰਾਨ ਨੇਤ ਨੇਤ ਕਹਿ ਬਤਾਵਈ। ਨਾ ਕਰਮ ਮੈਂ, ਨਾ ਧਰਮ ਮੈਂ, ਨਾ ਭਰਮ ਮੈਂ ਬਤਾਈਏ। ਅਗੰਜ ਆਦ ਦੇਵ ਹੈ, ਕਹੋ ਸੋ ਕਹਿ ਸਪਾਈਏ। न तंत्र है, न मंत्र है, न जंत्र को स्वरूप है। न जंत्र है, न मंत्र है, न तंत्र को बनाओ है। साधक दे शरीर तो बाहर असंख्य वस्तुआं ਹਨ ਜਿਨ੍ਹਾਂ ਦਾ ਧਿਆਨ ਕੀਤਾ ਜਾ ਸਕਦਾ ਹੈ। ਇਹਨਾਂ ਅਸੰਖ ਵਸਤੂਆਂ ਦੇ ਧਿਆਨ ਦੌਰਾਨ ਚਿੱਤ ਦੀਆਂ ਵੀ ਅਸੰਖ ਵ੍ਰਿਤੀਆਂ ਬਣ ਜਾਂਦੀਆਂ। ਇਹਨਾਂ ਸਭ ਦਾ ਵਰਣਨ ਕਰਨਾ ਅਸੰਭਵ ਹੈ। ਇਸ ਲਈ ਸਾਰੇ ਸਥੂਲ ਆਕਾਰਾਂ ਨੂੰ ਇੱਕ ਹੀ ਵਰਗ ਵਿੱਚ ਗਿਣ ਕੇ ਬਾਹਰਮੁਖ ਸੰਪਰਗਿਆਤ ਸਮਾਧੀ ਨੂੰ ਸਮਾਧੀ ਦੀ ਇੱਕ ਹੀ ਕਿਸਮ ਮੰਨ ਕੇ ਇੱਥੇ ਵਿਚਾਰ ਕੀਤੀ ਜਾ ਰਹੀ ਹੈ। ਇਹ ਧਿਆਨ ਰਹੇ ਕਿ ਜਿਸ ਵਸਤੂ, ਰੂਪ ਜਾਂ ਆਕਾਰ ਆਦਿ ਦਾ ਧਿਆਨ ਕੀਤਾ ਜਾ ਰਿਹਾ ਹੈ, ਉਹ ਧਿਆਈ ਵਸਤੂ ਸਰੀਰ ਤੋਂ ਬਾਹਰ ਹੈ, ਪਰ ਸਮਾਧੀ ਅੰਦਰ ਚਿੱਤ ਵਿੱਚ ਹੀ ਲੱਗ ਰਹੀ ਹੁੰਦੀ ਹੈ। ਸਾਧਕ ਆਪਣੇ ਚਿੱਤ ਨੂੰ ਕਿਸੇ ਦਰਖਤ, ਸੂਰਜ, ਚੰਦ, ਤਾਰੇ, ਤਸਵੀਰ, ਮੂਰਤੀ, ਮੰਤਰ, ਯੰਤਰ ਜਾਂ ਤੰਤਰ ਆਦਿ ਉੱਤੇ ਟਿਕਾ ਕੇ ਉਸ ਨੂੰ ਇੱਕ ਸੁਝਾਅ ਦੇ ਰਿਹਾ ਹੁੰਦਾ ਹੈ, ਸੁਜੈਸ਼ਨ ਦੇ ਰਿਹਾ ਹੁੰਦਾ ਹੈ। ਮਨ ਬਹੁਤ ਸ਼ਕਤੀਸ਼ਾਲੀ ਕਰਨ ਹੈ, ਸਾਧਨ ਹੈ। ਜਦੋਂ ਮਨ ਉਸ ਦਿੱਤੇ ਜਾ ਰਹੇ ਸੁਝਾਅ ਨੂੰ, ਸੁਜੈਸ਼ਨ ਨੂੰ ਬਹੁਤ ਚੰਗੀ ਤਰ੍ਹਾਂ ਗ੍ਰਹਿਣ ਕਰ ਲੈਂਦਾ, ਤਾਂ ਉਹ ਉਸ ਤਸਵੀਰ ਜਾਂ ਮੂਰਤੀ ਦੇ ਸਾਹਮਣੇ ਨਾ ਹੋਣ ਦੇ ਬਾਵਜੂਦ ਵੀ
ਜਾਂ ਬੰਦ ਅੱਖਾਂ ਨਾਲ ਵੀ ਉਸ ਨੂੰ ਦੇਖ ਰਿਹਾ ਮਹਿਸੂਸ ਕਰਦਾ ਹੈ। ਸਮ੍ਰਿਤੀ ਵਿੱਚ ਪਈ ਹੋਈ ਉਸ ਆਕ੍ਰਿਤੀ ਨੂੰ, ਮੂਰਤੀ ਨੂੰ, ਤਸਵੀਰ ਨੂੰ ਵਰਤ ਕੇ ਹੀ ਚਿੱਤ ਆਪਣੀ ਵ੍ਰਿਤੀ ਉਸ ਅਨੁਸਾਰ ਹੀ ਬਣਾ ਲੈਂਦਾ ਤੇ ਬਾਹਰ ਮੁਖ ਸੰਪਰਗਿਆਤ ਸਮਾਧੀ ਦੀ ਅਵਸਥਾ ਵਿੱਚ ਚਲਾ ਜਾਂਦਾ ਹੈ। ਬਾਹਰ ਮੁਖ ਸੰਪਰਗਿਆਤ ਸਮਾਧੀ ਦੀ ਅਵਸਥਾ ਵਿੱਚ ਅੰਤःਕਰਣ ਦੇ ਸਾਰੇ ਅੰਗ, ਮਨ, ਬੁੱਧੀ, ਅਹੰਕਾਰ ਤੇ ਅਸਮਿਤਾ ਵਰਤੇ ਜਾਂਦੇ ਹਨ। ਸਮਾਧੀ ਮਨ ਦੀ ਭੂਮੀ ਉੱਤੇ ਲੱਗਦੀ ਹੈ, ਪਰੰਤੂ ਮਨ ਜਿਸ ਵਸਤੂ ਦਾ ਮਨਨ ਕਰਦਾ ਉਹ ਸਰੀਰ ਤੋਂ ਬਾਹਰ ਮੌਜੂਦ ਹੁੰਦੀ ਹੈ। ਸਾਧਕ ਆਪਣੀ ਹੋਂਦ ਨੂੰ ਆਪਣੇ ਸਰੀਰ ਸਹਿਤ ਮਹਿਸੂਸ ਕਰਦਾ ਹੈ। ਉਹ ਆਪਣੇ ਆਪ ਨੂੰ ਤੇ ਮਨ, ਬੁੱਧੀ, ਅਹੰਕਾਰ ਤੇ ਅਸਮਿਤਾ ਨੂੰ ਵੱਖ-ਵੱਖ ਅਨੁਭਵ ਕਰਨ ਤੋਂ ਅਸਮਰਥ ਹੁੰਦਾ ਹੈ। ਇੱਥੇ ਦੋ ਦੀ ਹੋਂਦ ਮੌਜੂਦ ਹੈ, ਦੋ ਦੀ। ਇਹਨਾਂ ਦੋ ਵਿੱਚ ਇੱਕ ਉਹ ਆਪ ਹੈ, ਸਰੀਰ ਤੇ ਨਾਮ ਆਦਿ ਸਹਿਤ, ਤੇ ਦੂਜਾ ਉਸ ਦਾ ਇਸ਼ਟ। ਬਾਹਰਮੁਖ ਸੰਪਰਗਿਆਤ ਸਮਾਧੀ ਦੇ ਦੋ ਭੇਦ ਹਨ। ਪਹਿਲਾ ਭੇਦ ਹੈ ਸਵਿਤਰਕ ਸੰਪਰਗਿਆਤ ਸਮਾਧੀ ਤੇ ਦੂਜਾ ਭੇਦ ਹੈ ਨਿਰਵਿਤਰਕ ਸੰਪਰਗਿਆਤ ਸਮਾਧੀ। ਜਦੋਂ ਕਿਸੇ ਵਸਤੂ ਦਾ ਜ਼ਿਕਰ ਕੀਤਾ ਜਾਂਦਾ ਹੈ ਤਾਂ ਉਸ ਵਸਤੂ ਬਾਰੇ ਤਿੰਨ ਭਾਵਨਾਵਾਂ ਜਾਣਨ ਵਾਲੇ ਦੇ ਮਨ ਵਿੱਚ ਹੁੰਦੀਆਂ ਹਨ। ਇਹ ਤਿੰਨ ਭਾਵਨਾ ਹਨ ਸ਼ਬਦ, ਅਰਥ ਤੇ ਗਿਆਨ। ਉਦਾਹਰਣ ਵਜੋਂ ਗੁਰੂ ਇੱਕ ਸ਼ਬਦ ਹੈ, ਇੱਕ ਲਫ਼ਜ਼ ਹੈ, ਜਿਸ ਦਾ ਇੱਕ ਨਿਸ਼ਚਿਤ ਅਰਥ ਹੈ ਕਿ ਜੋ ਗਿਆਨ ਦਿੰਦਾ ਹੈ। ਤੇ ਇਸ ਗੁਰੂ ਸ਼ਬਦ ਤੋਂ, ਲਫ਼ਜ਼ ਤੋਂ ਸਾਨੂੰ ਇੱਕ ਨਿਸ਼ਚਿਤ ਜਾਣਕਾਰੀ ਮਿਲਦੀ ਹੈ। ਇਸ ਤਰ੍ਹਾਂ ਗੁਰੂ ਲਫ਼ਜ਼ ਤੋਂ ਸਾਨੂੰ ਤਿੰਨ ਭਾਵਨਾਵਾਂ ਪ੍ਰਾਪਤ ਹੋਈਆਂ। ਪਹਿਲਾ ਗੁਰੂ ਸ਼ਬਦ ਯਾਨੀ ਲਫ਼ਜ਼ ਇੱਕ, ਦੂਜਾ ਗੁਰੂ ਲਫ਼ਜ਼ ਦਾ ਅਰਥ ਤੇ ਤੀਜਾ ਗੁਰੂ ਲਫ਼ਜ਼ ਦਾ ਗਿਆਨ। ਇਹਨਾਂ ਤਿੰਨਾਂ ਭਾਵਨਾਵਾਂ ਤੋਂ ਮਿਲਵੇਂ ਰੂਪ ਵਿੱਚ ਸਾਨੂੰ ਇਹ ਜਾਣਕਾਰੀ ਮਿਲੀ ਕਿ ਲਫ਼ਜ਼ ਗੁਰੂ ਉਸ ਵਿਅਕਤੀ ਆਦਿ ਬਾਰੇ ਵਰਤਿਆ ਜਾਂਦਾ ਜਿਸ ਤੋਂ ਸਾਨੂੰ ਗਿਆਨ ਮਿਲਦਾ ਹੈ। ਪਰੰਤੂ ਇਹ ਵੀ ਤਾਂ ਹੋ ਸਕਦਾ ਹੈ ਕਿ ਕਿਸੇ ਕਾਰਨ ਸਾਨੂੰ ਲਫ਼ਜ਼ ਗੁਰੂ ਤਾਂ ਯਾਦ ਨਾ ਰਹੇ, ਪਰ ਇਹ ਭਾਵਨਾ ਬਣੀ ਰਹੇ ਕਿ ਇਹ ਉਹ ਹੈ ਜਿਸ ਤੋਂ ਸਾਨੂੰ ਗਿਆਨ ਪ੍ਰਾਪਤ ਹੁੰਦਾ ਹੈ। ਇਸ ਸਥਿਤੀ ਵਿੱਚ ਸਾਨੂੰ ਇਹ ਤਾਂ ਯਾਦ ਨਹੀਂ ਰਿਹਾ ਕਿ ਲਫ਼ਜ਼ ਕੀ ਸੀ, ਪਰ ਇਹ ਯਾਦ ਰਿਹਾ ਕਿ ਉਹ ਵਿਅਕਤੀ ਜੋ ਗਿਆਨ ਦਿੰਦਾ ਹੈ। ਕਈ ਵਾਰ ਅਜਿਹਾ ਹੋ ਜਾਂਦਾ ਕਿ ਕਿਸੇ ਵਿਅਕਤੀ ਨੂੰ ਕਿਸੇ ਗ੍ਰੰਥ ਦੀ ਕੋਈ ਪੰਕਤੀ ਤਾਂ ਯਾਦ ਨਹੀਂ ਰਹਿੰਦੀ, ਪਰ ਉਸ ਦਾ ਸਮੁੱਚਾ ਅਰਥ ਉਸ ਨੂੰ ਬਿਲਕੁਲ ਠੀਕ ਪਤਾ ਹੁੰਦਾ ਹੈ। ਜਦੋਂ ਸਮਾਧੀ ਵਿੱਚ ਸ਼ਬਦ, ਅਰਥ ਤੇ ਗਿਆਨ ਦੀ ਭਾਵਨਾ ਬਣੀ ਰਹੇ ਤਾਂ ਉਹ ਸਵਿਤਰਕ ਸੰਪਰਗਿਆਤ ਸਮਾਧੀ ਦੀ ਅਵਸਥਾ ਹੈ। ਤੇ ਜਦੋਂ ਸ਼ਬਦ ਦੀ ਭਾਵਨਾ ਖਤਮ ਹੋ ਜਾਏ ਪਰ ਉਸ ਤੋਂ ਪ੍ਰਾਪਤ ਹੋਣ ਵਾਲੇ ਗਿਆਨ ਦੀ ਭਾਵਨਾ ਬਣੀ ਰਹੇ ਤਾਂ ਇਹ ਨਿਰਵਿਤਰਕ ਸੰਪਰਗਿਆਤ ਸਮਾਧੀ ਦੀ ਅਵਸਥਾ ਹੈ। ਆਪਣੇ ਇਸ਼ਟ ਦੇਵਤਾ ਦਾ ਧਿਆਨ ਕਰਨ ਵਾਲਾ ਕੋਈ ਸਾਧਕ ਆਪਣੇ ਇਸ਼ਟ ਦੇਵਤਾ ਦਾ ਨਾਮ, ਉਸ ਦਾ ਅਰਥ ਕਿ ਇਸ ਨਾਮ ਦਾ ਅਰਥ ਇਹ ਇਸ਼ਟ ਦੇਵਤਾ ਹੈ, ਤੇ ਉਸ ਸ਼ਬਦ ਤੋਂ, ਉਸ ਨਾਮ ਤੋਂ ਪ੍ਰਾਪਤ ਗਿਆਨ ਕਿ ਇਹ ਮੇਰਾ ਇਸ਼ਟ ਹੈ, ਇਹਨਾਂ ਤਿੰਨਾਂ ਚੀਜ਼ਾਂ ਨੂੰ ਯਾਦ ਰੱਖਦਾ ਹੈ। ਅਜਿਹੀ ਸਥਿਤੀ ਵਿੱਚ ਜਦੋਂ ਉਹ ਸਮਾਧੀ ਵਿੱਚ ਪੁੱਜਦਾ ਹੈ ਤਾਂ ਉਹ ਸਵਿਤਰਕ ਸੰਪਰਗਿਆਤ ਸਮਾਧੀ ਹੁੰਦੀ ਹੈ। ਪਰੰਤੂ ਅਜਿਹਾ ਵੀ ਹੋ ਸਕਦਾ ਹੈ ਕਿ ਉਸ ਨੂੰ ਆਪਣੇ ਇਸ਼ਟ ਦਾ ਨਾਮ, ਜੋ ਕਿ ਇੱਕ ਲਫ਼ਜ਼ ਹੀ ਹੈ, ਇੱਕ ਵਰਡ ਹੀ ਹੈ, ਵੀ ਯਾਦ ਨਾ ਰਹੇ, ਪਰ ਉਸ ਦਾ ਅਰਥ ਯਾਦ ਰਹੇ ਕਿ ਇਹ ਮੇਰਾ ਇਸ਼ਟ ਹੈ। ਸਮਾਧੀ ਦੀ ਅਜਿਹੀ ਸਥਿਤੀ ਨਿਰਵਿਤਰਕ ਸੰਪਰਗਿਆਤ ਸਮਾਧੀ ਹੈ। ਇਸ਼ਟ ਤਾਂ ਯਾਦ ਰਿਹਾ ਪਰ ਇਸ਼ਟ ਦਾ ਨਾਮ ਨਹੀਂ ਯਾਦ ਰਿਹਾ। ਅਜਿਹੀ ਸਥਿਤੀ ਵਿੱਚ ਭਾਵੇਂ ਲਫ਼ਜ਼ ਦੀ ਹੋਂਦ ਨਹੀਂ ਰਹਿੰਦੀ, ਪਰ ਸਥੂਲ ਆਕਾਰ ਦੀ ਮੌਜੂਦਗੀ ਬਣੀ ਰਹਿੰਦੀ ਹੈ।
ਬਾਹਰਮੁਖ ਸੰਪਰਗਿਆਤ ਸਮਾਧੀ ਬ੍ਰਹਮ ਗਿਆਨ ਦੀ ਅਵਸਥਾ ਨਹੀਂ ਹੈ। ਇਹ ਆਪਣੇ ਨਿਜ ਘਰ ਸਰੂਪ ਸਥਿਤੀ ਵਿੱਚ ਟਿਕਣਾ ਨਹੀਂ ਹੈ। ਜਦੋਂ ਚਿੱਤ ਨੂੰ ਕਿਸੇ ਵਿਅਕਤੀ, ਤਸਵੀਰ ਜਾਂ ਮੂਰਤੀ ਆਦਿ ਦੇ ਰੂਪ ਵਿੱਚ ਧਿਆਨ ਕਰਨ ਲਈ ਕੋਈ ਸੁਝਾਅ ਦਿੱਤਾ ਜਾਂਦਾ ਹੈ ਤਾਂ ਉਹ ਉਸ ਤਸਵੀਰ ਜਾਂ ਮੂਰਤੀ ਦੇ ਆਕਾਰ ਦੀ ਹੀ ਵ੍ਰਿਤੀ ਧਾਰਨ ਕਰ ਲੈਂਦਾ ਹੈ। ਮਗਰੋਂ ਜਦੋਂ ਉਹ ਧਏ ਵਸਤੂ ਮੌਜੂਦ ਨਾ ਹੋਣ ਸਮੇਂ ਉਸ ਦਾ ਧਿਆਨ ਕਰਦਾ ਹੈ ਤਾਂ ਉਹ ਉਸ ਧਏ ਵਸਤੂ ਦੇ ਉਸ ਸਰੂਪ ਦੀ ਵਰਤੋਂ ਕਰਦਾ ਜੋ ਉਸ ਦੀ ਸਮ੍ਰਿਤੀ ਵਿੱਚ ਹੈ, ਮੈਮਰੀ ਵਿੱਚ ਹੈ। ਆਪਣੀ ਸਮ੍ਰਿਤੀ ਨੂੰ ਠੀਕ ਤਰ੍ਹਾਂ ਨਾ ਵਰਤ ਸਕਣ ਕਾਰਨ ਬਹੁਤ ਵਾਰ ਚਿੱਤ ਯਾਦਾਸ਼ਤ ਵਿੱਚ, ਮੈਮਰੀ ਵਿੱਚ ਪਈ ਧਏ ਵਸਤੂ ਦੇ ਆਕਾਰ ਨੂੰ ਠੀਕ ਤਰ੍ਹਾਂ ਯਾਦ ਨਹੀਂ ਕਰ ਸਕਦਾ, ਪਰ ਬਾਹਰਮੁਖ ਸੰਪਰਗਿਆ ਸਮਾਧੀ ਵਿੱਚ ਪਹੁੰਚ ਜਾਂਦਾ ਹੈ। ਇਹੀ ਕਾਰਨ ਹੈ ਕਿ ਬਹੁਤ ਸਾਰੇ ਅਜਿਹੇ ਸਾਧਕ ਜੋ ਬਾਹਰਮੁਖ ਸੰਪਰਗਿਆ ਸਮਾਧੀ ਦਾ ਅਨੁਭਵ ਕਰਦੇ ਹਨ, ਉਹ ਆਪਣੀ ਧਿਆਨ ਕੀਤੀ ਜਾ ਰਹੀ ਧਏ ਵਸਤੂ ਦਾ ਰੂਪ ਪ੍ਰਚਲਿਤ ਰੂਪ ਨਾਲੋਂ ਵੱਖਰਾ ਬਿਆਨ ਕਰਦੇ ਹਨ। ਉਦਾਹਰਣ ਵਜੋਂ ਸ਼੍ਰੀ ਕ੍ਰਿਸ਼ਨ ਜੀ ਦੀ ਕਿਸੇ ਵੀ ਪ੍ਰਚਲਿਤ ਤਸਵੀਰ ਦਾ ਧਿਆਨ ਕਰਨ ਵਾਲਾ ਸਾਧਕ ਕ੍ਰਿਸ਼ਨ ਨੂੰ ਮੁਕਟ, ਬਾਂਸਰੀ ਆਦਿ ਤੋਂ ਬਿਨਾਂ ਹੀ ਦੇਖਦਾ ਮਹਿਸੂਸ ਕਰ ਸਕਦਾ ਹੈ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਕਿਸੇ ਪ੍ਰਚਲਿਤ ਤਸਵੀਰ ਦਾ ਧਿਆਨ ਕਰਨ ਵਾਲਾ ਸਾਧਕ ਉਹਨਾਂ ਨੂੰ ਕਲਗੀ ਤੋਂ ਬਿਨਾਂ ਦੇਖ ਸਕਦਾ ਹੈ। ਚੰਦਰਮਾ ਦੇ ਰੂਪ ਦਾ ਧਿਆਨ ਕਰਨ ਵਾਲਾ ਕੋਈ ਸਾਧਕ ਚੰਦਰਮਾ ਦੇ ਅਜਿਹੇ ਰੂਪ ਨੂੰ ਦੇਖ ਸਕਦਾ ਜੋ ਚੰਦਰਮਾ ਦਾ ਅਸਲ ਰੂਪ ਨਹੀਂ ਹੈ। ਕਈ ਵਾਰ ਉਸ ਦੇ ਅੰਦਰ ਦੱਬੇ ਹੋਏ ਸੰਸਕਾਰ ਪ੍ਰਗਟ ਹੋ ਕੇ ਆਪਣਾ ਪ੍ਰਭਾਵ ਪਾ ਜਾਂਦੇ ਹਨ। ਅਜਿਹੀ ਸਥਿਤੀ ਵਿੱਚ ਜਦੋਂ ਕੋਈ ਸਾਧਕ ਬਾਹਰਮੁਖ ਸੰਪਰਗਿਆਤ ਸਮਾਧੀ ਵਿੱਚ ਜਾਂਦਾ ਹੈ ਤਾਂ ਉਸ ਨੂੰ ਦੋ ਪ੍ਰਕਾਰ ਦਾ ਤਜਰਬਾ ਹੋ ਸਕਦਾ ਹੈ। ਪਹਿਲਾਂ ਤਾਂ ਇਹ ਕਿ ਉਸ ਦੇ ਅੰਦਰਲੇ ਤਾਮਸਿਕ ਸੰਸਕਾਰਾਂ ਦਾ ਉਦੈ ਹੋ ਜਾਏ। ਦੂਜਾ ਇਹ ਕਿ ਉਸ ਦੇ ਅੰਦਰ ਸਾਤਵਿਕ ਸੰਸਕਾਰਾਂ ਦਾ ਉਦੈ ਹੋ ਜਾਏ। ਤਾਮਸਿਕ ਸੰਸਕਾਰਾਂ ਦੇ ਪ੍ਰਗਟ ਹੋਣ ਨਾਲ ਉਸ ਨੂੰ ਡਰਾਵਣੇ ਆਕਾਰ ਵਿਖਾਈ ਦੇ ਸਕਦੇ ਹਨ ਤੇ ਸਾਤਵਿਕ ਸੰਸਕਾਰਾਂ ਦੇ ਉਦੈ ਹੋਣ ਨਾਲ ਉਸ ਨੂੰ ਸ਼ਾਂਤ ਰੂਪ ਜਾਂ ਆਕਾਰ ਦਿਖਾਈ ਦੇ ਸਕਦੇ ਹਨ। ਅਜਿਹਾ ਵੀ ਮੁਮਕਿਨ ਹੈ, ਪੋਸੀਬਲ ਹੈ ਕਿ ਚਿੱਤ ਧਏ ਵਸਤੂ, ਇਸ਼ਟ ਵਸਤੂ ਤੇ ਸਮ੍ਰਿਤੀ ਵਿੱਚ ਪਈ ਕਿਸੇ ਹੋਰ ਵਸਤੂ ਦੇ ਆਕਾਰ ਨੂੰ ਮਿਲਾ ਕੇ ਕੋਈ ਬਿਲਕੁਲ ਹੀ ਨਵਾਂ ਆਕਾਰ ਸਿਰਜ ਕੇ ਉਸ ਵਿੱਚ ਹੀ ਸਮਾਧੀ ਲਗਾ ਲਏ। ਬਾਹਰਮੁਖ ਸਮਾਧੀ ਵਿੱਚ ਆਪਣੇ ਇਸ਼ਟ ਦਾ ਧਿਆਨ ਕਰਨ ਲੱਗਿਆਂ ਬੜੀ ਬਾਰੀਕੀ ਨਾਲ ਇਸ਼ਟ ਦੇ ਬਾਹਰੀ ਸਥੂਲ ਰੂਪ ਦੀ ਕਲਪਨਾ ਕੀਤੀ ਜਾਂਦੀ ਹੈ। ਉਦਾਹਰਣ ਵਜੋਂ ਪੁਰਾਣਾਂ ਵਿੱਚ ਵਾਸੂਦੇਵ ਦਾ ਧਿਆਨ ਕਰਨ ਲਈ ਵਾਸੂਦੇਵ ਦੇ ਰੂਪ ਦਾ ਬਹੁਤ ਬਾਰੀਕੀ ਨਾਲ ਵਰਣਨ ਕੀਤਾ ਗਿਆ। ਇਹ ਵਰਣਨ ਕਾਲਪਨਿਕ ਹੈ। ਵਾਸੂਦੇਵ ਦੇ ਰੂਪ ਦੀ ਇਹ ਕਲਪਨਾ ਪੁਰਾਣਕਾਰ ਦੀ ਆਪਣੀ ਕਲਪਨਾ ਹੈ। ਪੁਰਾਣਾਂ ਦਾ ਅਧਿਐਨ ਕਰਨ ਤੋਂ ਬਾਅਦ ਕੋਈ ਸਾਧਕ ਵਾਸੂਦੇਵ ਦੀ ਕਾਲਪਨਿਕ ਮੂਰਤੀ ਜਾਂ ਆਕਾਰ ਆਪਣੇ ਚਿੱਤ ਵਿੱਚ ਸਿਰਜ ਲੈਂਦਾ ਹੈ। ਹੁਣ ਸਾਧਕ ਆਪਣੇ ਇਸ਼ਟ ਦੇ ਉਸ ਕਾਲਪਨਿਕ ਰੂਪ ਦਾ ਧਿਆਨ ਕਰਦਾ ਹੈ। ਇਹ ਪੁਰਾਣਕਾਰ ਦੀ ਕਲਪਨਾ ਦੀ ਸਾਧਕ ਵੱਲੋਂ ਕੀਤੀ ਜਾ ਰਹੀ ਕਲਪਨਾ ਦਾ ਧਿਆਨ ਕਰਨਾ ਹੈ। ਵਾਸੂਦੇਵ ਦਾ ਜੋ ਰੂਪ ਪੁਰਾਣਾਂ ਵਿੱਚ ਚਿੱਤਰਿਆ ਗਿਆ ਉਸ ਦੀ ਕਲਪਨਾ ਕਰਕੇ ਕੋਈ ਚਿੱਤਰਕਾਰ ਜਾਂ ਮੂਰਤੀਕਾਰ ਵਾਸੂਦੇਵ ਦੀ ਤਸਵੀਰ ਜਾਂ ਮੂਰਤੀ ਬਣਾ ਦਿੰਦਾ ਹੈ। ਕੋਈ ਸਾਧਕ ਇਸ ਚਿੱਤਰ ਜਾਂ ਮੂਰਤੀ ਦਾ ਧਿਆਨ ਕਰਨਾ ਸ਼ੁਰੂ ਕਰ ਦਿੰਦਾ ਹੈ। ਜਦੋਂ ਉਹ ਮੂਰਤੀ ਨਾ ਹੋਣ ਦੀ ਸਥਿਤੀ ਵਿੱਚ ਉਸ ਦਾ ਅੱਖਾਂ ਬੰਦ ਕਰਕੇ ਧਿਆਨ ਕਰਦਾ ਹੈ ਤਾਂ ਇਹ ਪੁਰਾਣਕਾਰ ਦੀ ਕਲਪਨਾ ਨੂੰ ਚਿੱਤਰਕਾਰ ਜਾਂ ਮੂਰਤੀਕਾਰ ਵੱਲੋਂ ਦਿੱਤੇ ਗਏ ਰੂਪ ਦੀ ਆਪਣੇ ਚਿੱਤ ਵਿੱਚ ਕੀਤੀ ਗਈ ਕਲਪਨਾ ਦਾ ਧਿਆਨ ਹੈ। ਵਾਸੂਦੇਵ ਦੇ ਇਸ ਕਾਲਪਨਿਕ ਰੂਪ ਦਾ ਇਕਾਗਰਤਾ ਨਾਲ ਧਿਆਨ ਕਰਨ ਨਾਲ ਚਿੱਤ ਦੀ ਇੱਕ ਖਾਸ ਅਵਸਥਾ ਬਣ ਜਾਂਦੀ ਹੈ। ਚਿੱਤ ਆਪਣੇ ਇਸ਼ਟ ਦਾ ਕਾਲਪਨਿਕ ਰੂਪ ਸਿਰਜ ਲੈਂਦਾ ਹੈ। ਇਹ ਬਾਹਰਮੁਖ ਸਮਾਧੀ ਦੀ ਅਵਸਥਾ ਹੈ।
ਬਾਹਰਮੁਖ ਸੰਪਰਗਿਤ ਸਮਾਧੀ ਵਿੱਚ ਵੇਖੀ ਜਾਣ ਵਾਲੀ ਵਸਤੂ ਜਾਂ ਆਕਾਰ ਸਾਧਕ ਦੀ ਆਪਣੀ ਹੀ ਚਿੱਤਵਰਤੀ ਦਾ ਪ੍ਰਤੀਬਿੰਬ ਹੈ। ਅਕਸਰ ਇਹੀ ਕਾਰਨ ਹੈ ਕਿ ਕਮਜ਼ੋਰ ਚਿੱਤਵਰਤੀ ਵਾਲੇ ਆਪਣੇ ਇਸ਼ਟ ਦਾ ਅਜਿਹਾ ਰੂਪ ਵੇਖ ਲੈਂਦੇ ਹਨ ਜਿਸ ਵਿੱਚ ਉਹਨਾਂ ਦਾ ਉਹ ਇਸ਼ਟ ਕਮਜ਼ੋਰ ਸਰੀਰ ਵਾਲਾ ਹੁੰਦਾ ਹੈ। ਸਤੋਗੁਣ ਪ੍ਰਧਾਨ ਵ੍ਰਿਤੀ ਵਾਲਾ ਸਾਧਕ ਆਪਣੇ ਇਸ਼ਟ ਨੂੰ ਰੋਸ਼ਨੀ ਦੇ ਰੂਪ ਵਿੱਚ ਵੇਖ ਸਕਦਾ ਹੈ। ਉਦਾਹਰਣ ਵਜੋਂ ਕੋਈ ਸਾਧਕ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਕਲਗੀ ਤੋਂ ਬਿਨਾਂ ਇੱਕ ਨੂਰ ਦੇ ਰੂਪ ਵਿੱਚ ਦੇਖਦਾ ਹੈ ਤੇ ਇਹ ਪਹਿਚਾਣਦਾ ਵੀ ਹੈ ਕਿ ਇਹ ਗੁਰੂ ਗੋਬਿੰਦ ਸਿੰਘ ਜੀ ਹਨ, ਜਦਕਿ ਗੁਰੂ ਗੋਬਿੰਦ ਸਿੰਘ ਜੀ ਦਾ ਅਜਿਹਾ ਰੂਪ ਚਿੱਤਰਾਂ ਆਦਿ ਵਿੱਚ, ਤਸਵੀਰਾਂ ਆਦਿ ਵਿੱਚ ਨਹੀਂ ਮਿਲਦਾ। ਅਜਿਹਾ ਇਸ ਕਾਰਨ ਹੋ ਜਾਂਦਾ ਹੈ ਕਿ ਸਾਧਕ ਦੀ ਆਪਣੀ ਚਿੱਤਵ੍ਰਿਤੀ ਹੀ ਸਤੋਗੁਣੀ ਪ੍ਰਕਾਸ਼ ਨਾਲ ਉਜਵਲ ਹੋਈ ਇੱਕ ਸਥੂਲ ਆਕਾਰ ਨੂੰ ਪ੍ਰਕਾਸ਼ ਦੇ ਰੂਪ ਵਿੱਚ ਵੇਖਣ ਲੱਗ ਜਾਂਦੀ ਹੈ। ਕਿਸੇ ਵੀ ਆਕਾਰ ਜਾਂ ਰੂਪ ਆਦਿ ਦਾ ਵਾਰ-ਵਾਰ ਧਿਆਨ ਲਗਾਉਣ ਨਾਲ ਉਹ ਵਸਤੂ ਸਾਧਕ ਦੇ ਸੁਪਨਿਆਂ ਵਿੱਚ ਵੀ ਵਿਖਾਈ ਦੇਣ ਲੱਗ ਜਾਂਦੀ ਹੈ। ਅਜਿਹਾ ਵੀ ਅਕਸਰ ਹੋ ਜਾਂਦਾ ਹੈ ਕਿ ਸਾਧਕ ਸੁਪਨੇ ਵਿੱਚ ਦੇਖੀ ਗਈ ਆਪਣੀ ਧੇਯ ਵਸਤੂ, ਇਸ਼ਟ ਵਸਤੂ ਤੇ ਸਮਾਧੀ ਵਿੱਚ ਦੇਖੀ ਗਈ ਆਪਣੀ ਧੇਯ ਵਸਤੂ ਵਿਚਲਾ ਅੰਤਰ ਵੀ ਨਹੀਂ ਸਮਝ ਸਕਦਾ। ਅਜਿਹੇ ਸਾਧਕ ਸੁਪਨੇ ਵਿੱਚ ਦੇਖੀ ਗਈ ਆਪਣੀ ਧੇਯ ਵਸਤੂ ਨੂੰ ਸਮਾਧੀ ਵਿੱਚ ਦੇਖੀ ਗਈ ਧੇਯ ਵਸਤੂ ਆਖ ਕੇ ਲੋਕਾਂ ਵਿੱਚ ਆਪਣਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੰਦੇ ਹਨ ਕਿ ਮੈਨੂੰ ਮੇਰੇ ਇਸ਼ਟ ਦੇਵਤਾ ਨੇ ਜਾਂ ਗੁਰੂ ਨੇ ਪ੍ਰਤੱਖ ਦਰਸ਼ਨ ਦਿੱਤੇ ਹਨ। ਲਾਈ ਲੱਗ ਲੋਕ ਅਜਿਹੇ ਸਾਧਕ ਪਿੱਛੇ ਲੱਗ ਜਾਂਦੇ ਹਨ ਤੇ ਉਸ ਸਾਧਕ ਦਾ ਇਸ ਨਾਲ ਅਧਿਆਤਮਿਕ ਤੌਰ ਤੇ ਨੁਕਸਾਨ ਹੀ ਹੁੰਦਾ ਹੈ। ਅਜਿਹੇ ਸਾਧਕ ਪ੍ਰਭੂ ਮਿਲਾਪ ਲਈ ਤੁਰੇ ਸਨ, ਪਰ ਚੇਲੇ ਬਣਾਉਣ ਵਿੱਚ ਹੀ ਉਹਨਾਂ ਨੇ ਆਪਣਾ ਚਿੱਤ ਲਗਾ ਲਿਆ। ਕਬੀਰ ਸਿੱਖ ਸਾਖਾ ਬਹੁਤੇ ਕੀਏ, ਕੇਸ਼ੋ ਕੀਓ ਨਾ ਮੀਤ, ਚਾਲੇ ਥੇ ਹਰ ਮਿਲਨ ਕੋ, बीच अटक्यो चीत। बाहरमुख संप्रज्ञा समाधि दौरान चित्त दियां प्रमुख वृत्तियां प्रमाण, विपर्यय ते समृति बणियां रहिंदियां हन। नींद दी वृत्ति दी अणहोंद हुंदी है, क्योंकि विपर्य जो कि मिथ्या ज्ञान है दी चित्त वृत्ति इस समाधि दौरान बनी रहिंदी है। इस कारण इस दौरान भरम दा पैदा हो जाना बहुत संभव है। इस बाहरमुख संप्रज्ञात समाधि दौरान मुख्य रूप विच मन ही क्रियाशील हुंदा। मन जिस धेय वस्तु दा जां इष्ट दा ध्यान कर रहा है वह शरीर तो बाहर मौजूद है। संकल्प विकल्प उठाने ते तर्क वितर्क करना मन की सुभावक क्रिया है। ਉਹ ਆਪਣੇ ਇਸ ਸੁਭਾਵਕ ਕਿਰਿਆ ਨੂੰ ਇਸ ਦੌਰਾਨ ਤਿਆਗਦਾ ਨਹੀਂ ਹੈ। ਮਨ ਦੀ ਇਹ ਸੁਭਾਵਕ ਕਿਰਿਆ ਹੀ ਭਰਮ ਦੀ ਸਥਿਤੀ ਵੀ ਪੈਦਾ ਕਰ ਦਿੰਦੀ ਹੈ। ਹੁਣ ਪ੍ਰਸ਼ਨ ਹੈ ਕਿ ਬਾਹਰਮੁਖ ਸੰਪਰਗਿਆਤ ਸਮਾਧੀ ਵਿਚਲਾ ਅਨੁਭਵ ਸਿਰਫ ਭਰਮ ਹੀ ਹੈ। ਬਾਹਰਮੁਖ ਸੰਪਰਗਿਆਤ ਸਮਾਧੀ ਵਿੱਚ ਕੀਤਾ ਜਾ ਰਿਹਾ ਅਨੁਭਵ ਭਰਮ ਵੀ ਹੋ ਸਕਦਾ ਹੈ ਤੇ ਯਥਾਰਥ ਵੀ। ਕਿਸੇ ਸਾਧਕ ਦੀ ਬਾਹਰਮੁਖ ਸੰਪਰਗਿਆਤ ਸਮਾਧੀ ਦੀ ਅਵਸਥਾ ਵਿੱਚ ਕੀ ਵਾਪਰ ਰਿਹਾ ਇਸ ਨੂੰ ਕੋਈ ਨਹੀਂ ਜਾਣ ਸਕਦਾ। ਜੇ ਸਾਧਕ ਆਪਣੇ ਇਸ਼ਟ ਦੇ ਦਰਸ਼ਨ ਸਮਾਧੀ ਵਿੱਚ ਕਰਦਾ ਹੈ ਤਾਂ ਇਸ ਦਾ ਪ੍ਰਭਾਵ ਕੋਈ ਦੂਜਾ ਵਿਅਕਤੀ ਨਹੀਂ ਜਾਣ ਸਕਦਾ। ਬਾਹਰਮੁਖ ਸੰਪਰਗਿਆਤ ਸਮਾਧੀ ਦੀ ਅਵਸਥਾ ਵਿੱਚ ਨੀਂਦ ਦੀ ਵ੍ਰਿਤੀ ਰੁਕ ਗਈ ਹੁੰਦੀ ਹੈ। प्रमाण राही प्राप्त प्रमा का स्थान जरूर है, पर केवल प्रतख कीती प्रमा। कल्पना या सुनी सुनाई गल वाली प्रमा तो भरम पैदा हो सकता है, भरम पैदा हो ही जाता है। भरम जो कि अज्ञान है चित्त की एक बुरी वृत्ति है। इस बुरी वृत्ति का संप्रज्ञात समाधि विच रुक जाना अत्यंत जरूरी है। ਇਹ ਬੁਰੀ ਵ੍ਰਿਤੀ ਨਾ ਰੁਕੀ ਤਾਂ ਬਾਹਰਮੁਖ ਸੰਪਰਗਿਆਤ ਸਮਾਧੀ ਵਿੱਚ ਭਰਮ ਹੋਏਗਾ ਹੀ।
ਕੋਈ ਵਿਅਕਤੀ ਇਹ ਕਹਿੰਦਾ ਕਿ ਉਸਨੇ ਧਿਆਨ ਸਾਧਨਾ ਕਰਦਿਆਂ ਆਪਣੇ ਇਸ਼ਟ ਦੇ ਦਰਸ਼ਨ ਕੀਤੇ। ਉਸ ਦੇ ਚਿੱਤ ਵਿੱਚ ਅਸਲ ਵਿੱਚ ਕੀ ਵਾਪਰਿਆ ਅਸੀਂ ਇਹ ਨਹੀਂ ਜਾਣ ਸਕਦੇ। ਹੋ ਸਕਦਾ ਉਸਨੇ ਕੋਈ ਸੁਪਨਾ ਵੇਖਿਆ ਹੋਵੇ। ਉਹ ਸੁਪਨਾ ਟੁੱਟਣ ਤੋਂ ਬਾਅਦ ਇਹ ਸਮਝ ਹੀ ਨਾ ਸਕਿਆ ਹੋਵੇ ਕਿ ਉਹ ਸੁਪਨਾ ਵੇਖ ਰਿਹਾ ਸੀ। ਹਾਂ, ਜੇ ਉਹ ਜਾਗ ਰਿਹਾ ਸੀ ਤਾਂ ਸੰਭਵ ਹੈ ਉਸਨੇ ਆਪਣੇ ਇਸ਼ਟ ਦੇ ਦਰਸ਼ਨ ਚਿੱਤ ਵਿੱਚ ਕੀਤੇ ਹੋਣ। ਅਜਿਹਾ ਸੰਭਵ ਹੈ। ਹਰ ਵਿਅਕਤੀ ਹੀ ਜਾਗਦਿਆਂ ਕਈ ਵਾਰ ਆਪਣੇ ਕਿਸੇ ਪਿਆਰੇ ਨੂੰ ਆਪਣੇ ਧਿਆਨ ਵਿੱਚ ਦੇਖ ਲੈਂਦਾ ਹੈ। ਕੋਈ ਸਾਧਕ ਆਪਣੇ ਇਸ਼ਟ ਨੂੰ ਦੇਖ ਲਵੇ ਤਾਂ ਕੋਈ ਹੈਰਾਨੀ ਨਹੀਂ। ਉਸਨੇ ਸਿਰਫ ਆਪਣੇ ਇਸ਼ਟ ਨੂੰ ਧਿਆਨ ਕਰਦਿਆਂ ਦੇਖਿਆ ਹੈ, ਕੋਈ ਗੱਲਬਾਤ ਨਹੀਂ ਕੀਤੀ। ਪਟਨਾ ਸ਼ਹਿਰ ਦੇ ਅਮੀਰ ਬ੍ਰਾਹਮਣ ਪੰਡਿਤ ਸ਼ਿਵਦੱਤ ਜੀ ਦਾ ਮਨ ਸ਼੍ਰੀ ਰਾਮਚੰਦਰ ਜੀ ਦੀ ਭਗਤੀ ਕਰ ਕਰਕੇ ਉਹਨਾਂ ਦੇ ਹੀ ਰੰਗ ਵਿੱਚ ਰੰਗਿਆ ਜਾ ਚੁੱਕਾ ਸੀ। ਉਹ ਅਕਸਰ ਗੰਗਾ ਨਦੀ ਕਿਨਾਰੇ ਪੂਜਾ ਕਰਨ ਲਈ ਜਾਇਆ ਕਰਦੇ ਸਨ। ਉਦੋਂ ਉਹ ਕਿਸੇ ਅਜਿਹੀ ਹੀ ਮਾਨਸਿਕ ਅਵਸਥਾ ਵਿੱਚ ਆਨੰਦਿਤ ਹੋ ਰਹੇ ਹੋਣਗੇ ਜਦੋਂ ਉਹਨਾਂ ਨੇ ਉੱਥੇ ਹੀ ਖੇਡ ਰਹੇ ਬਾਲ ਗੁਰੂ ਗੋਬਿੰਦ ਰਾਏ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਪ੍ਰਤੱਖ ਹੀ ਸ਼੍ਰੀ ਰਾਮਚੰਦਰ ਜੀ ਦੇ ਰੂਪ ਵਿੱਚ ਤੱਕਿਆ ਤੇ ਉਹਨਾਂ ਦੇ ਸ਼ਰਧਾਲੂ ਹੋ ਗਏ। ਪੰਡਿਤ ਸ਼ਿਵਦੱਤ ਜੀ ਬਾਲ ਗੁਰੂ ਗੋਬਿੰਦ ਰਾਏ ਜੀ ਨੂੰ ਅਕਸਰ ਹੀ ਹਾਥੀ ਜਾਂ ਘੋੜੇ ਉੱਤੇ ਬਿਠਾ ਕੇ ਆਪਣੇ ਬਾਗ ਵਿੱਚ ਲੈ ਜਾਂਦੇ, ਜਿੱਥੇ ਬਾਲ ਗੁਰੂ ਗੋਬਿੰਦ ਜੀ ਹੋਰਨਾਂ ਬਾਲਕਾਂ ਨਾਲ ਖੇਡਦੇ ਰਹਿੰਦੇ। ਉਹਨਾਂ ਨੂੰ ਆਪਣੇ ਇਸ਼ਟ ਦੇ ਪ੍ਰਤੱਖ ਦਰਸ਼ਨ ਹੋ ਰਹੇ ਹਨ। ਨਾ ਕੇਵਲ ਪ੍ਰਤੱਖ ਦਰਸ਼ਨ ਹੋ ਰਹੇ ਹਨ ਬਲਕਿ ਉਹ ਆਪਣੇ ਇਸ਼ਟ ਨਾਲ ਗੱਲਬਾਤ ਵੀ ਕਰ ਰਹੇ ਹਨ ਤੇ ਉਸ ਦੀ ਸੇਵਾ ਵੀ। ਇਹ ਸਮਾਧੀ ਦੀ ਹੀ ਇੱਕ ਅਵਸਥਾ ਹੈ, ਪਰ ਇਸ ਦਾ ਪ੍ਰਭਾਵ ਕੋਈ ਦੂਜਾ ਨਹੀਂ ਵੇਖ ਸਕਦਾ। ਇਹ ਕੋਈ ਅਜਿਹੀ ਸਥਿਤੀ ਨਹੀਂ ਕਿ ਪੰਡਿਤ ਸ਼ਿਵਦੱਤ ਜੀ ਆਪਣੇ ਧਿਆਨ ਵਿੱਚ ਕਿਸੇ ਮੂਰਤੀ ਜਾਂ ਤਸਵੀਰ ਆਦਿ ਨੂੰ ਦੇਖ ਰਹੇ ਹਨ। ਇੱਥੇ ਤਾਂ ਇੱਕ ਪ੍ਰਤੱਖ ਚੱਲਦਾ ਫਿਰਦਾ ਗੱਲਬਾਤ ਕਰਦਾ ਉਹਨਾਂ ਦਾ ਆਪਣਾ ਪਿਆਰਾ ਇਸ਼ਟ ਹੈ ਜਿਸ ਦੀ ਉਹ ਸੇਵਾ ਕਰਦੇ ਹਨ ਤੇ ਆਨੰਦ ਮਾਣਦੇ ਹਨ। ਸ਼੍ਰੀ ਸ਼ਿਵਦੱਤ ਜੀ ਨੇ ਜੋ ਸ਼੍ਰੀ ਰਾਮਚੰਦਰ ਜੀ ਦੇ ਪ੍ਰਤੱਖ ਇਹ ਦਰਸ਼ਨ ਕੀਤੇ, ਇਹ ਅਪਰਾ ਵਿਦਿਆ ਦਾ ਕੋਈ ਮਾਹਿਰ, ਕਿਤਾਬੀ ਗਿਆਨ ਦਾ ਕੋਈ ਮਾਹਿਰ ਵਿਅਕਤੀ ਕੀ ਜਾਣ ਸਕਦਾ ਹੈ। ਇਹ ਸਮਾਧੀ ਦੀ ਮਸਤੀ ਹੈ ਜੋ ਪੰਡਿਤ ਸ਼ਿਵਦੱਤ ਜੀ ਵਰਗੇ ਮਸਤਾਨਿਆਂ ਦੇ ਹੀ ਹਿੱਸੇ ਆਉਂਦੀ ਹੈ, ਕਿਤਾਬੀ ਗਿਆਨੀਆਂ ਦੇ ਨਹੀਂ। ਜਦੋਂ ਸਾਧਕ ਨੂੰ ਆਪਣੇ ਇਸ਼ਟ ਦੇ ਦਰਸ਼ਨ ਬਾਹਰ ਮੁਖ ਸੰਪਰਗਿਆਤ ਸਮਾਧੀ ਤੋਂ ਉੱਪਰ ਦੀ ਕਿਸੇ ਅਵਸਥਾ ਜਿਵੇਂ ਸਹਿਜ ਸਮਾਧੀ ਵਿੱਚ ਹੋਣ ਤਾਂ ਉਸ ਦਾ ਅਸਰ ਦੂਜੇ ਵਿਅਕਤੀ ਵੀ ਮਹਿਸੂਸ ਕਰ ਸਕਦੇ ਹਨ। ਭਗਤ ਨਾਮਦੇਵ ਜੀ ਨੇ ਪ੍ਰਭੂ ਦੇ ਪ੍ਰਤੱਖ ਦਰਸ਼ਨ ਕਰਕੇ ਵਾਰਤਾਲਾਪ ਕੀਤੀ, ਗੱਲਬਾਤ ਕੀਤੀ। ਉਸ ਪ੍ਰਤੱਖ ਦਰਸ਼ਨ ਦਾ ਪ੍ਰਭਾਵ ਮਰੀ ਹੋਈ ਗਾਂ ਦੇ ਜਿਉਂਦੇ ਹੋਣ ਦੇ ਰੂਪ ਵਿੱਚ ਬਾਕੀ ਲੋਕ ਵੀ ਦੇਖ ਸਕੇ। ਪਾਖੰਤਣ ਬਾਜ ਬਜਾਏਲਾ ਗरुड़ ਚੜੇ ਗੋਬਿੰਦ ਆਏਲਾ, अपने भगत पर की प्रतिपाल गरुड़ चढ़े आए गोपाल। कहें तो धरण इकोडी करो, कहें तो लेकर ऊपर तरो, कहें तो मुई गऊ द्यों जियाए, सब कोई देखा बतियाए। नामा प्रणवै सेल मसेल, गऊ दुहाई बछरा मेल, दूध है दूह जब मटकी भरी, ले बादशाह कह आगे तरी। बाहर मुख संप्रज्ञात समाधि की साधना दौरान जद तक ध्येय वस्तु वो व्यक्ति दरख्त सूरज चंद तारे मूर्ति ਜਾਂ तस्वीर आदि का ध्यान चित कर रहा है उदों तक वो उस तो उपरली अवस्था वाल नहीं जा सकेगा। ਇਹ ਧਿਆਈ ਵਸਤੂ ਵਿਅਕਤੀ ਦਰਖਤ ਸੂਰਜ ਚੰਦ ਤਾਰੇ ਮੂਰਤੀ ਜਾਂ ਤਸਵੀਰ ਆਦਿ ਹੀ ਉਸ ਦੀ ਹੋਰ ਉਚੇਰੀ ਸਾਧਨਾ ਦੇ ਵਿੱਚ ਰੁਕਾਵਟ ਬਣ ਜਾਂਦੀ ਹੈ।
ਬਾਹਰਮੁਖ ਸੰਪਰਗਤ ਸਮਾਧੀ ਵਿੱਚ ਸਿਰਫ ਵਿਕ੍ਰਿਤੀ ਭਾਵ ਵਿਅਕਤ ਸਥੂਲ ਭੂਤਾਂ ਆਕਾਸ਼, ਵਾਯੂ, ਅਗਨੀ, ਜਲ ਤੇ ਪ੍ਰਥਵੀ ਦਾ ਹੀ ਪ੍ਰਤੱਖ ਹੁੰਦਾ ਹੈ। ਵਿਕ੍ਰਿਤੀ ਤੋਂ ਭਾਵ ਅਜਿਹਾ ਕੋਈ ਵੀ ਤੱਤ ਜਾਂ ਵਸਤੂ ਹੈ ਜੋ ਕਿਸੇ ਹੋਰ ਤੱਤ ਜਾਂ ਵਸਤੂ ਤੋਂ ਪੈਦਾ ਹੋਈ। ਉਹ ਸਾਧਕ ਜੋ ਇਸ ਅਵਸਥਾ ਤੋਂ ਵੀ ਅੱਗੇ ਜਾਣ ਯੋਗ ਹੁੰਦੇ ਹਨ, ਇਸ ਸਮਾਧੀ ਦੌਰਾਨ ਪ੍ਰਤੱਖ ਕੀਤੇ ਗਏ ਇਹਨਾਂ ਵਿਅਕਤ ਸਥੂਲ ਭੂਤਾਂ ਦੀ ਪ੍ਰਕਿਰਤੀ, ਜੋ ਕਿ ਇਹਨਾਂ ਦੇ ਸੂਖਮ ਰੂਪ ਹਨ, ਦਾ ਅਨੁਮਾਨ ਲਗਾ ਲੈਂਦੇ ਹਨ। ਸਥੂਲ ਭੂਤਾਂ ਦੀ ਪ੍ਰਕਿਰਤੀ, ਜਿਨ੍ਹਾਂ ਨੂੰ ਤਨ ਮਾਤਰਾ ਆਖਿਆ ਜਾਂਦਾ, ਦਾ ਅਨੁਮਾਨ ਲਗਾ ਲੈਣ ਵਾਲੇ ਸਾਧਕ ਹੀ ਇਹ ਅਨੁਮਾਨ ਲਗਾ ਸਕਦੇ ਹਨ ਕਿ ਬਾਹਰਮੁਖ ਸੰਪਰਗਿਆਤ ਸਮਾਧੀ ਦੀ ਅਵਸਥਾ ਤੋਂ ਅੱਗੇ ਵੀ ਕੋਈ ਦੁਨੀਆ ਹੈ। ਨੇਤ ਨੇਤ ਕਥੰਤ ਬੇਦਾ। ਨੇਤੀ ਨੇਤੀ ਦਾ ਸ਼ਾਬਦਿਕ ਅਰਥ ਹੈ ਇਹ ਨਹੀਂ ਹੈ, ਇਹ ਨਹੀਂ ਹੈ, ਨਾਇਤੀ। ਇਸ ਦੀ ਵਿਆਖਿਆ ਵਜੋਂ ਇਹ ਕਿਹਾ ਜਾ ਸਕਦਾ ਹੈ ਕਿ ਇਸ ਦਾ ਭਾਵ ਹੈ ਕਿ ਇਹ ਸਰੀਰ ਆਤਮਾ ਨਹੀਂ ਹੈ, ਇਹ ਮਨ ਆਤਮਾ ਨਹੀਂ ਹੈ। ਇੱਥੋਂ ਤੱਕ ਕਿ ਜੋ ਕੁਝ ਵੀ ਇਹ ਪ੍ਰਤੀਤ ਹੋ ਰਿਹਾ ਇਹ ਆਤਮਾ ਨਹੀਂ ਹੈ। ਜੋ ਕੁਝ ਵੀ ਸਥੂਲ ਜਾਂ ਸੂਖਮ ਸਰੀਰ ਰਹੀਂ ਜਾਣਿਆ ਜਾ ਰਿਹਾ ਉਹ ਆਤਮਾ ਨਹੀਂ ਹੈ। ਸਿਰਫ ਇੰਨਾ ਹੀ ਨਹੀਂ, ਸਗੋਂ ਜੋ ਕੋਈ ਇਹ ਆਖ ਰਿਹਾ ਕਿ ਨੇਤੀ ਨੇਤੀ, ਉਹ ਵੀ ਆਤਮਾ ਨਹੀਂ ਹੈ। ਜਦੋਂ ਤੱਕ ਨੇਤੀ ਨੇਤੀ ਕਹਿਣ ਵਾਲਾ ਮੌਜੂਦ ਹੈ, ਸਮਝ ਲਓ ਕਿ ਆਤਮਾ ਤੱਕ ਦੀ ਯਾਤਰਾ ਅਜੇ ਪੂਰੀ ਨਹੀਂ ਹੋਈ। ਨੇਤੀ ਨੇਤੀ ਦੀ ਰੱਟ ਲਾਈ ਰੱਖਣ ਵਾਲਾ ਸਾਧਕ ਹੋਰ ਉਚੇਰੀ ਅਵਸਥਾ ਨੂੰ ਤੁਰ ਪੈਂਦਾ ਹੈ।